ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੇ ਸਿੰਘੂ ਬਾਰਡਰ ਤੋਂ। ਸਿੰਘੂ ਬਾਰਡਰ ਦੀਆਂ ਲਾਈਵ ਤਸਵੀਰਾਂ ਕਿ ਕਿਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ। ਕੋਸ਼ਿਸ਼ ਕਰਾਂਗੇ ਹੋਰ ਅਪਡੇਟ ਲੈਣ ਦੀ ਕਿਉਂਕਿ ਇਸ ਸਮੇਂ ਦੇ ਮਾਹੌਲ ਲਾਜ਼ਮੀ ਤੌਰ ਤੇ ਸਾਫ਼ ਤਸਵੀਰਾਂ ਦੇ ਜ਼ਰੀਏ ਦਿਖ ਰਿਹਾ ਕਿ ਬੇਸ਼ੱਕ ਰੋਕਣ ਦੀ ਕੋਸ਼ਿਸ਼ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਗਈ ਹੋਵੇ, ਰੈਪਿਡ ਐਕਸ਼ਨ ਫੋਰਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿਸਾਨਾਂ ਨੂੰ, ਪਰ ਕਿਸਾਨ ਅੱਗੇ ਵਧ ਰਹੇ ਨੇ। ਸਿੰਘੂ ਬਾਰਡਰ ਤੋਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਦਿੱਲੀ ਦੇ ਸਾਰੇ ਬਾਰਡਰਸ ਦੇ ਉੱਤੇ ਇਸ ਸਮੇਂ ਸਥਿਤੀ ਤਣਾਅਪੂਰਨ ਹੈ। ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਪੂਰੀ ਤਿਆਰੀ ਦੇ ਨਾਲ ਦਿੱਲੀ ਪੁਲਿਸ ਵੀ ਉੱਥੇ ਪਹੁੰਚੀ ਹੋਈ ਸੀ। ਦਿੱਲੀ ਹਰਿਆਣਾ ਦਾ ਬਾਰਡਰ, ਪੰਜਾਬ ਵਾਲੇ ਬਾਰਡਰ ਨੂੰ, ਪੰਜਾਬ ਹਰਿਆਣਾ ਦੇ ਬਾਰਡਰ ਨੂੰ ਪਾਰ ਕਰਕੇ ਦਿੱਲੀ ਪਹੁੰਚੇ ਨੇ ਕਿਸਾਨ। ਪੂਰੀ ਰਾਤ ਕਾਫਿਲੇ ਚੱਲਦੇ ਰਹੇ। ਚਾਹੇ ਸੋਨੀਪਤ, ਪਾਣੀਪਤ ਦਾ ਮੈਂ ਜ਼ਿਕਰ ਕਰਾਂ ਤਾਂ ਉੱਥੇ ਜਿਸ ਤਰੀਕੇ ਦੇ ਨਾਲ ਡੂੰਘੇ ਟੋਏ ਪੜ ਦਿੱਤੇ ਗਏ ਸੀ, ਉਹਨਾਂ ਨੂੰ ਵੀ ਭਰ ਕੇ ਅੱਗੇ ਵਧੇ ਨੇ ਕਿਸਾਨ ਜਥੇਬੰਦੀਆਂ ਤੇ ਇਸ ਸਭ ਦੇ ਵਿਚਾਲੇ ਹੁਣ ਸਿੰਘੂ ਬਾਰਡਰ ਦੇ ਉੱਤੇ ਹੰਝੂ ਗੈਸ ਦੇ ਗੋਲੇ ਛੱਡ ਕੇ ਰੋਕਣ ਦੀ ਕੋਸ਼ਿਸ਼ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਦਿੱਲੀ ਦੇ ਸਾਰੇ ਬਾਰਡਰਸ ਦੇ ਉੱਤੇ ਸਥਿਤੀ ਤਣਾਅਪੂਰਨ ਵੀ ਨਜ਼ਰ ਆਈ ਹੈ। ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ। ਟਿੱਕਰੀ ਬਾਰਡਰ ਦੇ ਉੱਤੇ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਸੀ ਕਿ ਕਿਸ ਤਰੀਕੇ ਦੇ ਨਾਲ ਟਿੱਕਰੀ ਬਾਰਡਰ ਦੇ ਉੱਤੇ ਇਸ ਸਮੇਂ ਜ਼ਰੂਰ ਹਾਲਾਤ ਤਣਾਅਪੂਰਨ ਨੇ। ਦਿੱਲੀ ਦੇ ਸਾਰੇ ਬਾਰਡਰਾਂ ਦੇ ਉੱਤੇ ਸਥਿਤੀ ਤਣਾਅਪੂਰਨ। ਪੰਜਾਬ ਦੇ ਵਿੱਚ ਮੈਂ ਇਸ ਸਮੇਂ ਅਪਡੇਟ ਤੁਹਾਨੂੰ ਦੇਣਾ ਇੱਕ ਖਨੌਰੀ ਬਾਰਡਰ ਜਿੱਥੋਂ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੰਮ੍ਰਿਤਸਰ ਤੋਂ, ਤੇ ਖਨੌਰੀ ਬਾਰਡਰ ਤੇ ਸਿਰਸਾ ਡੱਬ ਵਾਲੀ ਬਾਰਡਰ ਸਿੱਧਾ ਤੁਹਾਨੂੰ ਲੈ ਕੇ ਚੱलते हैं ਸਿੰਘੂ बार्डर, जिथों मेरे सहयोगी इस समय नितिन अंकल जुड़ रहे हैं। नितिन, क्या कुछ देख पा रहे हैं आप? क्या कुछ अपडेट आपके पास है? कितनी बड़ी तादाद में वहां पर पुलिस बल तैनात है और किसान कितनी बड़ी संख्या में है? नितिन पहुंच चुका है और बहुत ज्यादा तादाद में किसान स्थिति तनावपूर्ण हो चुकी है। महज 1 मिनट पहले ही दिल्ली पुलिस के द्वारा सुबह के गोले छोड़े गए हैं, जिसके बाद जो किसान है थोड़ा पीछे जरूर हटे हैं, लेकिन किसानों में इतना जोश है कि वो वहीं अड़े हुए हैं। और जो दिल्ली पुलिस लगातार आंसू गैस के गोले फिलहाल छोड़ रही है, लेकिन किसान पीछे नहीं हट रहे। एक बार जरूर हटे, लेकिन किसान अब आगे बढ़ना शुरू हो चुके हैं। माहौल बहुत ज्यादा तनावपूर्ण हो चुका है। दूसरी तरफ दिल्ली पुलिस लगातार आंसू गैस के गोले छोड़ रही है, लेकिन किसान अब आगे बढ़ रहे हैं। जी तो बिल्कुल आगे बढ़ रहे हैं, लेकिन मैं ये जानना चाहूंगा जो आंसू गैस के गोले छोड़े जा रहे हैं वहां पर क्या इस समय स्थिति है? बैरिकेड्स किए गए हैं क्या? कितनी लेयर की बैरिकेडिंग है अगर आप बता पाएं, और कितना दूर है किसान? और ये दिल्ली क्या बिल्कुल एंटर होने की स्थिति है? सिंघू बॉर्डर बिल्कुल उसी के ऊपर मौजूद है और किसानों के साथ उनका किस तरह से यहाँ पर तस्वीर नजर आ रही? बिल्कुल, जो किसानों को बार बार, यहाँ तक कि मीडिया को बार बार चेतावनी दी जा रही है कि मीडिया आगे ना आए, कहीं ना कहीं मीडिया को हटाना, तो ये संदेशा जरूर है कि बड़ी कार्रवाई यहाँ किसानों पर हो सकती है। और अब जो 4 लेयर जो यहाँ पर जो लगा दी गई है, सबसे पहले RAF है, उसके बाद BSF है, फिर दिल्ली पुलिस है, और पत्थर लगाए गए हैं, उसके बाद मिट्टी से भरे हुए ट्रक खड़े किए गए हैं। वही किसान है पीछे से बहुत ज्यादा तादाद में आ चुके हैं, लेकिन जो पानीपत से किसान चले थे वो नहीं पहुंचे हैं। कुछ किसान आगे बढ़ने की कोशिश कर रहे थे, लेकिन आंसू गैस के गोले दिल्ली पुलिस के द्वारा छोड़े गए, जिसके बाद हालात एक बार बिगड़े और किसान पीछे हटे। लेकिन अब किसानों का ये कहना है कि जितने भी किसान है वो एक साथ इकट्ठा होंगे और आगे बढ़ेंगे। जी नितिन, बिल्कुल आप मेरे साथ बने रहिए। एक बार फिर से मैं तस्वीरें अपने दर्शकों को बता दूं ਤਾਂ ਇਹ ਤਸਵੀਰਾਂ ਸਿੰਘੂ ਬਾਰਡਰ ਦਿੱਲੀ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਵੱਡੀ ਗਿਣਤੀ ਦੇ ਵਿੱਚ, ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਉੱਤੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। 3-4 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਐਂਟਰ ਹੋਣ ਤੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਸਿੰਘੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਪੰਜਾਬ ਦੇ, ਹਰਿਆਣਾ ਦੇ ਕਿਸਾਨ ਇਹ ਪੂਰੇ ਰਾਹ ਨੂੰ ਪਾਰ ਕਰਦੇ ਹੋਏ ਜਿਹੜੇ ਅੰਬਾਲਾ ਤੋਂ ਚੱਲੇ ਸੀ ਜਾਂ ਹੋਰ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੇ ਉੱਤੋਂ ਚੱਲੇ ਸਨ, ਉਹ ਦਿੱਲੀ ਪਹੁੰਚੇ ਨੇ ਤੇ ਹੁਣ ਦਿੱਲੀ ਬਾਰਡਰ ਦੇ ਉੱਤੇ ਉਹਨਾਂ ਨੂੰ रोकने की कोशिश है। नितिन, ये भी जानना चाहूंगा कि ये वही काफिले हैं जो पंजाब से चले हुए हैं या फिर हरियाणा के किसान हैं, क्योंकि हरियाणा के कई संगठन भी दिल्ली की तरफ मूव हो रहे थे और उनको भी अलग अलग जगहों पर रोका गया था। मैं यही समझना चाहता हूं आपसे कि ये कितनी बड़ी तादाद में अभी किसान पहुंचे हैं। जिस तरह से आपने जिक्र किया कि किसान कह रहे हैं कि एक बार हम सभी इकट्ठे हो जाएं उसके बाद आगे बढ़ेंगे, कितनी बड़ी तादाद में, या केवल ये हरियाणा के किसान है या पंजाब के किसान भी वहां पहुंच चुके हैं? नितिन जी बिल्कुल, जो फिलहाल यहाँ पर पंजाब के किसान ही पहुंचे हैं। जो गुरुनाम चरूनी है वो पंजाब से संभालका की तरफ पहुंचे, जहां पर कुमारी शैलजा ने समर्थन देने आई थी। उससे पहले रणदीप सुरजेवाला समर्थन दे चुके हैं। हालांकि जो पंजाब के किसान हैं वो अड़े हुए हैं कि हम आगे बढ़ेंगे, लेकिन अब वो रोक रहे हैं कि आंसू गैस के गोले छोड़े गए, जिसके बाद रुके जरूर हैं। लेकिन जो हरियाणा के किसान है वो भी इनके पास पहुंचने वाले हैं, क्योंकि बीच में जितनी भी बैरिकेडिंग थी, चाहे हल्दाना बॉर्डर की हो या फिर आगे राइस एजुकेशन सिटी की हो, सबको तोड़ दिया गया है। महज अब 1 से 3 कदम पर ही दिल्ली जो बॉर्डर है, लेकिन उससे थोड़ा सा पीछे 100 मीटर पर किसान इकट्ठा होने शुरू हो गए हैं।
कहीं ना कहीं हम ये कहेंगे कि ये नाका वो नाका जिसे अगर दिल्ली किसान पार कर गए तो दिल्ली में वो पहुंच जाएंगे। लेकिन जिस तरह की व्यवस्था दिल्ली पुलिस द्वारा की गई है, किसानों को आगे पहुंचना कहीं ना कहीं बहुत बड़ी मुसीबत जरूर दिखाई दे रही है, क्योंकि दिल्ली पुलिस लगातार आवाज गैस गोले छोड़ रही है। उनका यही प्रयास है कि किसानों को दिल्ली में ना घुसने दिया जाए। लेकिन किसान अब ये कह रहे हैं कि जितने उनके तथ्य पीछे बचे हुए हैं उनको आने दें, उसके साथ ही वो एक कम आगे बढ़ेंगे। जी नितिन, ये तस्वीरें हम देख पा रहे हैं इस समय सिंगू बॉर्डर से, जो लाइव तस्वीरें हमारे दर्शकों तक पहुंच रही हैं। लेकिन ये भी समझना चाहूंगा कि कोई बातचीत करने की कोशिश की जा रही है दिल्ली के पुलिस अधिकारियों की तरफ से इन किसान संगठनों के साथ, या किसान नेता जो वहां पर पहुंचे हुए हैं, या कोई बातचीत नहीं, सिर्फ एक्शन और आंसू गैस के गोले जिस तरह से तस्वीरें नजर आई हैं, या समझाने की कोई बात करने की कोशिश किसी तरह से किसानों के साथ पुलिस अधिकारियों की तरफ से की गई हो? नहीं जी, बिल्कुल मैं आपको बताना चाहूंगा, हालांकि जो हरियाणा पुलिस और हरियाणा सोनीपत के डीसी द्वारा बातचीत करने की कोशिश जरूर किसानों से की गई थी, लेकिन अब फिलहाल दिल्ली पुलिस या दिल्ली का कोई भी अधिकारी किसानों से बातचीत नहीं कर रहा है। वो सीधा किसानों को रोकने की बात कह रहे हैं कि दिल्ली में वो ना आए और ना ही इकट्ठा हो। अगर वो इकट्ठा होते हैं तो दिल्ली में नहीं जाने देंगे, जिसके बाद दिल्ली पुलिस अब कार्रवाई करना शुरू कर चुकी है। लगातार आंसू गैस के गोले छोड़े जा रहे हैं, आरएएफ की टीम आगे आ गई है। कहीं ना कहीं अब ये है कि वह जो तार लगाए गए थे, कटीले तार, उनसे आगे पुलिस का निकलना और किसानों की तरफ पुलिस बढ़ना शुरू हो चुकी है। दूसरी तरफ किसान अब इकट्ठा हो रहे हैं। कहीं ना कहीं अब तनावपूर्ण स्थिति बहुत ज्यादा हो चुकी है। किसान ये कह रहे कि हम दिल्ली जरूर जाएंगे और दिल्ली पुलिस ये कह रही है कि हम अंदर नहीं आने देंगे, और ना ही कोई बातचीत अब किसानों से वो कर रहे हैं। जी ठीक है नितिन, आप नजर बनाए रखिए, मैं आपसे अपडेट आगे भी लेते रहूंगा। फिलहाल के लिए आपका धन्यवाद। ਨਿਤਿਨ ਅੰਤਲ ਸਾਡੇ ਨਾਲ ਜੁੜੇ ਹੋਏ ਸਨ ਤੇ ਇਸ ਸਮੇਂ 3 ਕੈਮਰਿਆਂ ਦੀ ਨਜ਼ਰ ਦੇ ਨਾਲ ਅਸੀਂ ਤੁਹਾਨੂੰ ਇਸ ਸਮੇਂ ਪੂਰੀ ਸਥਿਤੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਤੇ ਸਿੰਗੂ ਬਾਰਡਰ ਦਿੱਲੀ ਤੋਂ ਇਸ ਸਿੱਧੀਆਂ ਤਸਵੀਰਾਂ ਜੋ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਦਿੱਲੀ ਤੇ ਦਿੱਲੀ ਦੇ ਵਿੱਚ ਐਂਟਰੀ ਤੋਂ ਪਹਿਲਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਉੱਥੇ ਪੁਖਤਾ ਇੰਤਜ਼ਾਮ ਦਿੱਲੀ ਪੁਲਿਸ ਦੇ ਵੱਲੋਂ ਕੀਤੇ ਗਏ ਨੇ, ਖਾਸ ਤੌਰ ਤੇ ਹੰਝੂ ਗੈਸ ਦੇ ਗੋਲੇ ਜਿਸ ਤਰੀਕੇ ਨਾਲ ਛੱਡੇ ਗਏ ਨੇ। ਤਾਂ ਇੱਕ ਵਾਰ ਅਸੀਂ ਬੈਰੀਕੇਡਿੰਗ ਦੀਆਂ ਤਸਵੀਰਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੈਰੀਕੇਡ, ਉਸ ਤੋਂ ਅੱਗੇ ਕੰਡਿਆਂ ਵਾਲੀ ਤਾਰ, ਇਹ ਸਾਰਾ ਕੁਝ ਅਸੀਂ ਪੰਜਾਬ ਦੇ ਵਿੱਚ ਜਦੋਂ ਹਰਿਆਣਾ ਚ ਐਂਟਰ ਹੋਣਾ ਸੀ ਤਾਂ ਉੱਥੇ ਵੀ ਇਹ ਤਸਵੀਰਾਂ ਸਾਰੀਆਂ ਨਜ਼ਰ ਆਈਆਂ ਨੇ, ਤਾਂ ਕਿ ਇਹ ਤਸਵੀਰਾਂ ਦੇ ਨਾਲ ਜਾਂ ਕਹੀਏ ਕਿ ਇਸ ਤਿਆਰੀ ਦੇ ਨਾਲ ਰੋਕਿਆ ਜਾ ਸਕਦਾ ਹੈ। ਕਿਸਾਨਾਂ ਨੂੰ ਲੱਗ ਨਹੀਂ ਰਿਹਾ, ਪਰ ਦਿੱਲੀ ਪੁਲਿਸ ਦੀ ਕੀ ਸਟ੍ਰੈਟਜੀ ਹੈ ਉਹ ਲਾਜ਼ਮੀ ਤੌਰ ਤੇ ਥੋੜੀ ਦੇਰ ਦੇ ਵਿੱਚ ਸਾਫ਼ ਹੋਵੇਗੀ। 6 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਇਹਨਾਂ 6 ਤਸਵੀਰਾਂ ਦੇ ਜ਼ਰੀਏ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਸਮੇਂ ਸਥਿਤੀ ਦਿੱਲੀ ਦੇ ਵਿੱਚ ਬਣੀ ਹੋਈ ਹੈ, ਕਿਉਂਕਿ ਦਿੱਲੀ ਦੇ ਵਿੱਚ ਜਾਮ ਵਰਗੀ ਸਥਿਤੀ ਤਾਂ ਲਾਜ਼ਮੀ ਤੌਰ ਤੇ ਹੋਏਗੀ। ਦਿੱਲੀ ਪੂਰੀ ਤਰ੍ਹਾਂ ਨਾਲ ਘੇਰਨ ਦੀ ਜੋ ਗੱਲ ਕਹੀ ਗਈ ਸੀ ਉਹ ਵੀ ਕਿਤੇ ਨਾ ਕਿਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਰ ਦੇਖਣਾ ਇਹ ਵੀ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅੱਗੇ ਵਧਦੀਆਂ ਨੇ ਜਾਂ ਨਹੀਂ ਵਧਦੀਆਂ, ਕਿਉਂਕਿ ਜਦੋਂ ਐਲਾਨ ਕੀਤਾ ਗਿਆ ਸੀ 26 ਅਤੇ 27 ਤਰੀਕ ਨੂੰ ਦਿੱਲੀ ਦੇ ਵੱਲ ਕੂਚ ਕਰਨ ਦਾ, ਤਾਂ ਉੱਥੇ ਉਸ ਸਮੇਂ ਤੁਹਾਨੂੰ ਯਾਦ ਹੋਏਗਾ ਤੇ ਕਿਹਾ ਗਿਆ ਸੀ ਕਿ ਸਾਨੂੰ ਜਿੱਥੇ ਰੋਕਿਆ ਗਿਆ ਅਸੀਂ ਰੁਕ ਜਾਵਾਂਗੇ ਤੇ ਉੱਥੇ ਹੀ ਧਰਨਾ ਲਗਾ ਕੇ ਬੈਠ ਜਾਵਾਂਗੇ। ਦਿੱਲੀ ਦਾ ਚਾਰੇ ਪਾਸੇ ਤੋਂ ਘਿਰਾਓ ਕੀਤਾ ਜਾਏਗਾ, ਦਿੱਲੀ ਨੂੰ ਅਸੀਂ ਸੀਲ ਕਰ ਦੇਵਾਂਗੇ, ਉਹ ਚਾਹੇ ਹਰਿਆਣਾ ਵਾਲੇ ਬਾਰਡਰ ਤੋਂ ਇੱਕ ਪਾਸੇ ਹੋਵੇ ਜਾਂ ਫਿਰ ਦੂਜੇ ਪਾਸੇ ਜਿਹੜੇ ਨੋਇਡਾ ਤੋਂ ਯਾਨੀ ਕਿ ਯੂਪੀ ਦੇ ਨਾਲ ਬਿਲਕੁਲ ਬਾਰਡਰ ਲੱਗਦਾ ਹੈ, ਤਾਂ ਉਸ ਵਾਲੇ ਪਾਸੇ ਵੀ ਅਸੀਂ ਜਾ ਕੇ ਦਿੱਲੀ ਨੂੰ ਘੇਰਨ ਦੀ ਕੋਸ਼ਿਸ਼ ਕਰਾਂਗੇ। ਪਰ ਦੇਖਣਾ ਹੋਵੇਗਾ ਕਿ ਕਿਸਾਨ ਅੱਗੇ ਵਧਦੇ ਨੇ ਜਾਂ ਫਿਰ ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਫਿਰ ਮੁਦਰਿਕਾ ਦੇ ਵਿੱਚ ਮੁਟਕਾ ਬਾਰਡਰ ਦੇ ਉੱਤੇ ਹੀ ਧਰਨਾ ਪ੍ਰਦਰਸ਼ਨ ਉੱਥੇ ਲਗਾ ਕੇ ਬੈਠ ਜਾਂਦੇ ਨੇ, ਕਿਉਂਕਿ ਅੱਗੇ ਵਧਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ। ਔਰ ਜਿਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਦੂਜੇ ਪਾਸੇ ਲੱਗ ਰਿਹਾ ਕਿ ਦਿੱਲੀ ਪੁਲਿਸ ਦੀ ਤਿਆਰੀ ਵੀ ਮੁਕੰਮਲ ਹੈ ਤੇ ਦੇਖਣਾ ਹੋਵੇਗਾ ਕਿ ਇੱਥੇ ਰੁਕਦੇ ਨੇ ਕਿਸਾਨ, ਰੁਕਦੇ ਨੇ ਜਾਂ ਨਹੀਂ ਰੁਕਦੇ। ਇਹ 6 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਟੀਵੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਇਸ ਸਮੇਂ ਕੀ ਕੁਝ ਮਾਹੌਲ ਹੈ, ਕੀ ਕੁਝ ਸਥਿਤੀ ਹੈ ਤੇ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਇਸ ਸਮੇਂ ਸਥਿਤੀ ਹੈ। ਇੱਕ ਤਸਵੀਰ ਤੁਸੀਂ ਖਨੌਰੀ ਬਾਰਡਰ ਦੀ ਵੀ ਇਸ ਸਮੇਂ ਦੇਖ ਪਾ ਰਹੇ ਹੋ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਤਸਵੀਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਪਹੁੰਚਾ ਸਕੀਏ। ਜਿਹੜੇ ਦਰਸ਼ਕ ਨਿਊਜ਼ 18 ਦੇ ਹੈਗੇ ਨੇ ਉਹ ਇਸ ਸਮੇਂ ਦੀ ਸਥਿਤੀ ਨੂੰ, ਪੰਜਾਬ ਭਰ ਦੇ ਵਿੱਚ ਇਸ ਸਮੇਂ ਕੀ ਮਾਹੌਲ ਹੈ ਉਸ ਨੂੰ ਸਮਝ ਸਕਣ, ਜਾਣ ਸਕਣ ਕਿ ਇਸ ਸਮੇਂ ਕਿਸਾਨ ਮੂਵਮੈਂਟ ਕਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ, ਕਿਸਾਨ ਕਿੱਥੇ ਪਹੁੰਚ ਰਹੇ ਨੇ। ਹਰ ਇੱਕ ਕਾਫਿਲੇ ਦੇ ਨਾਲ ਨਿਊਜ਼ 18 ਦੀ ਟੀਮ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਦੇਰ ਰਾਤ ਤੱਕ ਪੂਰੀਆਂ ਰਾਤ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤੁਹਾਡੇ ਤੱਕ ਹਰ ਇੱਕ ਤਸਵੀਰ ਪਹੁੰਚਾਉਂਦੇ ਰਹੀਏ। ਤਾਂ ਦਿੱਲੀ ਦੇ ਸਾਰੇ ਬਾਰਡਰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਨੇ। ਇਹ 6 ਤਸਵੀਰਾਂ ਦੇ ਜ਼ਰੀਏ ਅਸੀਂ ਦਿੱਲੀ ਦੇ ਪੂਰੇ ਹਾਲਾਤ ਨੂੰ ਸਮਝਾਉਣ ਦੀ ਆਪਣੇ ਦਰਸ਼ਕਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਮੇਂ ਦੀ ਸਥਿਤੀ ਕੀ ਹੈ ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਵੱਲ ਹੀ ਮੂਵ ਹੋਣਾ ਹੈ। ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਨਾਲ ਹੀ ਜਿਹੜੇ ਕੰਡਿਆਂ ਵਾਲੀ ਤਾਰ ਤੇ ਉਸ ਤੋਂ ਪਿੱਛੇ ਵੱਡੀ ਤਾਦਾਦ ਦੇ ਵਿੱਚ ਦਿੱਲੀ ਪੁਲਿਸ ਦੇ ਜਵਾਨ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਉੱਥੇ ਪੈਰਾਮਿਲਟਰੀ ਫੋਰਸਿਸ ਨੂੰ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹ ਵੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਸਿਰਫ ਦਿੱਲੀ ਪੁਲਿਸ ਹੈ ਜਾਂ ਕੋਈ ਹੋਰ ਜਿਹੜੇ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਗਏ ਨੇ। ਪਰ ਫਿਲਹਾਲ ਦੀਆਂ ਇਹ ਤਸਵੀਰਾਂ ਨੇ, ਥੋੜੀ ਦੇਰ ਦੇ ਵਿੱਚ ਖਨੌਰੀ ਬਾਰਡਰ ਤੋਂ ਵੀ ਮੂਵ ਹੋਣਗੇ। ਸਿਰਸਾ ਡੱਬ ਵਾਲੀ ਬਾਰਡਰ ਤੋਂ ਅਸੀਂ ਤੁਹਾਨੂੰ ਦਿਖਾਇਆ ਕਿ ਡੱਬ ਵਾਲੀ ਵਾਲੇ ਬਾਰਡਰ ਤੋਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਮੂਵ ਹੋ ਚੁੱਕੇ ਨੇ, ਉਹਨਾਂ ਨੇ ਅੱਗੇ ਉਹ ਵਧੇ ਨੇ।
ਤੇ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਵੀ ਅਸੀਂ ਤੁਹਾਨੂੰ ਅਪਡੇਟ ਦੇ ਦਈਏ। ਖਨੌਰੀ ਬਾਰਡਰ ਤੋਂ ਇਸ ਸਮੇਂ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਕੁਝ ਹੀ ਮਿੰਟਾਂ ਦੇ ਵਿੱਚ ਉੱਥੋਂ ਰਵਾਨਾ ਹੋਵੇਗਾ ਪੂਰਾ ਕਾਫਿਲਾ। ਹਾਲਾਂਕਿ ਅੱਗੇ ਕੁਝ ਥਾਵਾਂ ਦੇ ਉੱਤੇ ਜ਼ਰੂਰ ਅੜਿੱਕੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਲੱਗ ਨਹੀਂ ਰਿਹਾ ਕਿ ਜ਼ਿਆਦਾ ਉਹਨਾਂ ਨੂੰ ਰੋਕਣ ਦੀ ਜਾਂ ਫਿਰ ਕਿਸਾਨ ਰੋਕਣ ਦੀ ਕੋਸ਼ਿਸ਼ ਹੋਏਗੀ ਜਾਂ ਫਿਰ ਕਿਸਾਨ ਰੋਕਣਗੇ ਜਾਂ ਪੁਲਿਸ ਕੋਈ ਕਾਮਯਾਬ ਹੋਵੇਗੀ। ਫਿਲਹਾਲ ਦੀ ਅਪਡੇਟ ਮੈਂ ਤੁਹਾਨੂੰ ਦੇ ਰਿਹਾ ਹਾਂ। ਦਿੱਲੀ ਇਸ ਸਮੇਂ ਦਿੱਲੀ ਦੇ ਜਿਹੜੇ ਹਰਿਆਣਾ ਦੇ ਨਾਲ ਖਾਸ ਤੌਰ ਤੇ ਬਾਰਡਰ ਲੱਗਦੇ ਨੇ ਉਹ ਬਿਲਕੁਲ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਨੇ। ਉਹ ਚਾਹੇ ਟਿਕਰੀ ਬਾਰਡਰ ਹੋਵੇ, ਉਹ ਚਾਹੇ ਸਿੰਘੂ ਬਾਰਡਰ ਹੋਵੇ ਜਾਂ ਫਿਰ ਅਸੀਂ ਮੁੱਢਕਾ ਦਾ ਜ਼ਿਕਰ ਕਰੀਏ, ਮੁੱਢਕਾ ਵਾਲੇ ਪਾਸੇ ਵੀ ਇਸ ਸਮੇਂ ਸਥਿਤੀ ਤਣਾਅਪੂਰਨ ਹੈ। ਦਿੱਲੀ ਪੁਲਿਸ ਨੇ ਆਪਣੀ ਪੂਰੀ ਫੋਰਸ ਦੀ ਤਾਇਨਾਤੀ ਉੱਥੇ ਕੀਤੀ ਹੋਈ ਹੈ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਜ਼ਬਰਦਸਤ ਝੜਪ ਦੀਆਂ ਤਸਵੀਰਾਂ ਵੀ ਉੱਥੇ ਸਾਹਮਣੇ ਆਈਆਂ। ਹੰਝੂ ਗੈਸ ਦੇ ਗੋਲੇ ਛੱਡੇ ਗਏ, ਕਿਸਾਨ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਬਾਹਰ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਤਾਂ ਦਿੱਲੀ ਪੁਲਿਸ ਦੀ ਤਿਆਰੀ ਇਹ ਵੀ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਹਰਿਆਣਾ ਪੁਲਿਸ ਨੇ ਜੋ ਤਿਆਰੀ ਕੀਤੀ ਸੀ ਉਸ ਤੋਂ ਬਾਅਦ ਜੋ ਤਸਵੀਰਾਂ ਨਜ਼ਰ ਆਈਆਂ, ਤਿਆਰੀ ਬੇਸ਼ੱਕ ਲੱਗ ਰਿਹਾ ਹੋਵੇ ਹਰਿਆਣਾ ਪੁਲਿਸ ਨੂੰ ਕਿ ਅਸੀਂ ਬਹੁਤ ਮੁਕੰਮਲ ਕੀਤੀ ਹੈ, ਪਰ ਉੱਥੇ ਜ਼ਿਆਦਾ ਕੋਈ ਅਸਰ ਨਜ਼ਰ ਨਹੀਂ ਆਇਆ ਸੀ। ਖਾਸ ਤੌਰ ਤੇ ਜੇਕਰ ਅਸੀਂ ਸ਼ੰਭੂ ਬਾਰਡਰ ਦਾ ਜ਼ਿਕਰ ਕਰੀਏ ਜਾਂ ਖਨੌਰੀ ਬਾਰਡਰ ਦਾ ਜ਼ਿਕਰ ਕਰੀਏ, ਜਿੱਥੋਂ ਕਿਹਾ ਜਾ ਰਿਹਾ ਸੀ ਕਿ ਖਾਸ ਤੌਰ ਤੇ ਬਹੁਤ ਜ਼ਿਆਦਾ ਤਿਆਰੀ ਹੈ। ਖਨੌਰੀ ਬਾਰਡਰ ਤਾਂ ਬਹੁਤ ਤਰੀਕੇ ਦੇ ਨਾਲ ਸੀਲ ਕੀਤਾ ਗਿਆ ਸੀ, ਪਰ ਜਦੋਂ ਕਿਸਾਨ ਅੱਗੇ ਵਧੇ ਤਾਂ ਕਰੀਬ 10 ਤੋਂ 15 ਮਿੰਟ ਦੇ ਵਿੱਚ ਉਹ ਬੈਰੀਕੇਡ, ਕੰਡਿਆਂ ਵਾਲੀ ਤਾਰਾਂ ਸਭ ਕੁਝ ਪੁੱਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਪੱਥਰ ਰੱਖੇ ਗਏ ਸੀ ਉਹਨਾਂ ਨੂੰ ਵੀ ਸਾਈਡ ਉੱਥੇ ਕਿਸਾਨਾਂ ਨੇ ਕਰ ਦਿੱਤਾ ਤੇ ਉਸ ਤੋਂ ਅੱਗੇ ਵਧਣ ਦਾ ਰਾਹ ਬਣਾ ਲਿਆ। ਥੋੜੀ ਦੇਰ ਦੇ ਵਿੱਚ ਖਨੌਰੀ ਬਾਰਡਰ ਤੋਂ ਵੀ ਜਿਹੜੇ ਕਿਸਾਨ ਨੇ ਉਹ ਅੱਗੇ ਵਧਣਗੇ। ਅਸੀਂ ਤੁਹਾਨੂੰ ਟਿਕਰੀ ਬਾਰਡਰ ਵੀ ਲੈ ਕੇ ਚੱਲਾਂਗੇ, ਉੱਥੋਂ ਵੀ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ, ਸਾਡੇ ਸਹਿਯੋਗੀ ਉੱਥੋਂ ਹੋਣਗੇ। ਤਾਂ ਸਿੰਘੂ ਬਾਰਡਰ, ਟਿਕਰੀ ਬਾਰਡਰ ਇਸ ਸਮੇਂ ਜਿੱਥੇ ਸਭ ਤੋਂ ਜ਼ਿਆਦਾ ਤਣਾਅਪੂਰਨ ਹਾਲਾਤ ਬਣੇ ਹੋਏ ਨੇ।